ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਆਈਡੈਂਟੀਟੀ ਦੇ ਵੈਬੀਨਾਰ ਸੀਰੀਜ਼ ਦੇ ਸਿੱਖ ਟੀਚਿੰਗਸ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੀਗਾ, ਉਹਦੀ 3rd ਵੈਬੀਨਾਰ ਦੇ ਵਿੱਚ ਅਸੀਂ ਆਪਣੇ ਜਿਹੜੇ ਚੈਲੰਜਸ ਜਿਹੜੇ ਨੇ ਉਹਨਾਂ ਨੂੰ ਅੱਗੇ ਵਧਾ ਕੇ ਅਸੀਂ ਅੱਜ ਪਹਿਲਾਂ ਜਿਹੜੇ ਡਿਸਕਸ ਕੀਤੇ ਨੇ 2 ਚੈਲੰਜ ਕਿ ਵੀ ਜਿਹੜੀਆਂ ਸਾਡੀ ਜਨਰੇਸ਼ਨਸ ਨੇ, ਫਸਟ ਜਨਰੇਸ਼ਨ ਪੇਰੈਂਟਸ ਇੱਥੇ ਆ ਕੇ ਉਹਨਾਂ ਦੀਆਂ ਪ੍ਰਾਇਓਰਿਟੀਜ਼ ਬਦਲ ਗਈਆਂ ਜਿਹੜੀਆਂ ਨੇ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੈਸ਼ਨ ਸੀਗਾ ਉਹ ਗੁਰਮਤ ਨੂੰ ਅੱਗੇ ਨੈਕਸਟ ਜਨਰੇਸ਼ਨਸ ਤੱਕ ਪਹੁੰਚਾਉਣ ਦਾ, ਉਹ ਧਿਆਨ ਹਟ ਗਿਆ ਸਾਡਾ ਜਦੋਂ ਅਸੀਂ ਜ਼ਿਆਦਾ ਮਟੀਰੀਅਲ ਵੱਲ ਚੱਲ ਪਏ, ਆਪਣੇ ਜਿਹੜੇ ਮਟੀਰੀਅਲਿਸਟਿਕ ਗੋਲਸ ਨੂੰ ਅਚੀਵ ਕਰਨ ਲਈ ਜ਼ਿਆਦਾ ਤੁਰ ਪਏ। ਤਾਂ ਕਿਧਰੇ ਨਾ ਕਿਧਰੇ ਉਹ ਇਹ ਸਾਨੂੰ ਦੇਖਣ ਨੂੰ ਜ਼ਰੂਰ ਮਿਲ ਰਿਹਾ ਔਰ ਅਸੀਂ ਇਹਨੂੰ ਐਕਸਪੀਰੀਅੰਸ ਕਰ ਰਹੇ ਹਾਂ ਕਿ ਸਾਡਾ ਜਿਹੜਾ ਧਿਆਨ ਹੈ ਉਹ ਗੁਰਮਤ ਔਰ ਗੁਰਬਾਣੀ ਨੂੰ ਆਉਣ ਵਾਲੀਆਂ ਜਨਰੇਸ਼ਨਸ ਨੂੰ ਉਹਨਾਂ ਦੇ ਨਾਲ ਜੋੜਨ ਲਈ ਸਾਨੂੰ ਇੱਕ ਸਟਰਗਲ ਜਿਹੜੀ ਹੈ ਉਹ ਦਿਖ ਰਹੀ ਹੈ, ਕਿਉਂਕਿ ਸਾਡਾ ਉਹਦੇ ਵਾਸਤੇ ਪੈਸ਼ਨ ਨਹੀਂ ਰਿਹਾ ਐਨੀਮੋਰ। ਸੋ ਅੱਜ ਇਹਨਾਂ ਚੈਲੰਜਸ ਨੂੰ, ਜਿਹੜੇ ਕੁਝ ਹੋਰ ਚੈਲੰਜਸ ਜਿਹੜੇ ਕਾਮਨਲੀ ਸਾਨੂੰ ਦੇਖਣ ਨੂੰ ਮਿਲ ਰਹੇ ਨੇ, ਉਹਨਾਂ ਦੇ ਬਾਰੇ ਆਪਾਂ ਵੈਰੀ ਕੁਇਕਲੀ ਵਿਚਾਰ ਕਰਾਂਗੇ। ਇਹ ਡਿਸਕਸ ਕਰਨ ਦਾ ਮੇਨ ਕਾਰਨ ਸਿਰਫ ਇਹੀ ਹੈਗਾ ਕਿ ਜੇ ਸਾਨੂੰ ਆਪਣੇ ਚੈਲੰਜਸ ਪਤਾ ਹੋਣਗੇ ਤਾਂ ਹੋ ਸਕਦਾ ਹੈ ਕਿ ਅਸੀਂ ਇਹਨਾਂ ਨੂੰ ਠੀਕ ਕਰਨ ਲਈ ਕੋਈ ਨਾ ਕੋਈ ਕਦਮ ਜ਼ਰੂਰ ਚੁੱਕਾਂਗੇ। ਪਰ ਪਹਿਲਾਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰ ਲੈਣੀ ਬੜੀ ਜ਼ਿਆਦਾ ਜ਼ਰੂਰੀ ਸੀਗੀ ਕਿ ਵੀ ਅੱਜ ਅਸੀਂ ਗੁਰਮਤ ਦੇ ਨਾਲ ਆਪ ਕਿਉਂ ਨਹੀਂ ਜੁੜ ਪਾ ਰਹੇ ਔਰ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਕਿਉਂ ਗੁਰਮਤ ਦੇ ਜਿਹੜੇ ਬੈਨੀਫਿਟਸ ਨੇ ਟੁਵਰਡਸ ਇੱਕ ਹਾਰਮੋਨੀਅਸ ਸੋਸਾਇਟੀ ਜਾਂ ਉਹਨਾਂ ਦੇ ਜਿਹੜੇ ਮੈਂਟਲ ਚੈਲੰਜਸ ਨੂੰ ਕਿਵੇਂ ਗੁਰਮਤ ਸਪੋਰਟ ਕਰ ਰਹੀ ਹੈ, ਇਹ ਚੀਜ਼ਾਂ ਦੇ ਬਾਰੇ ਅਸੀਂ ਕਿਉਂ ਜਾਣਕਾਰੀ ਨਹੀਂ ਦੇ ਪਾਏ ਜਾਂ ਆਪਣੇ ਜੀਵਨ ਵਿੱਚ ਗੁਰਮਤ ਨੂੰ ਕਿਉਂ ਨਹੀਂ ਲੈ ਪਾਏ। ਇਸ ਕਰਕੇ ਇਹਨਾਂ ਚੈਲੰਜਸ ਨੂੰ ਡਿਸਕਸ ਕਰ ਲੈਣਾ ਕਾਫੀ ਜ਼ਿਆਦਾ ਜ਼ਰੂਰੀ ਹੋ ਗਿਆ ਸੀ। ਸੋ ਆਪਾਂ ਅੱਜ ਦੇ ਵੈਬੀਨਾਰ ਦੇ ਵਿੱਚ ਇਹਨੂੰ ਦੁਬਾਰਾ ਦੇਖਦੇ ਹਾਂ ਕਿ ਵੀ ਸਾਡਾ ਜਿਵੇਂ ਬਾਹਰ ਅਸੀਂ ਆ ਗਏ, ਜਦੋਂ ਅਸੀਂ ਗੁਰਮਤ ਡਰਿਵਨ ਲਾਈਫ ਸਟਾਈਲ ਤੋਂ ਇੱਕ ਸਟੈਪ ਪਿੱਛੇ ਜ਼ਰੂਰ ਗਏ, ਪਰ ਕਿਧਰੇ ਨਾ ਕਿਧਰੇ ਕਿਉਂਕਿ ਸਾਡੇ ਅੰਦਰ ਉਹ ਆਵਾਜ਼ ਉੱਠਦੀ ਰਹੀ, ਅਸੀਂ ਆਪਣੇ ਸਿੱਖ ਆਈਡੈਂਟੀਟੀ ਨੂੰ ਪਿਆਰ ਵੀ ਕਰਦੇ ਰਹੇ, ਪਰ ਉਸ ਚੱਕਰ ਦੇ ਵਿੱਚ ਅਸੀਂ ਸਿਰਫ ਐਕਸਟਰਨਲ ਸਿੰਬਲ ਤੱਕ ਹੀ ਸਿੱਖੀ ਨੂੰ ਜਿਹੜਾ ਬੜਾ ਸੀਮਤ ਕਰ ਦਿੱਤਾ। ਜਦੋਂ ਸਿੱਖੀ ਨੂੰ ਸਿਰਫ ਐਕਸਟਰਨਲੀ ਆਪਾਂ ਸਿਰਫ ਬਾਹਰ ਵਾਲੇ ਸਿੰਬਲਸ ਦੇ ਨਾਲ ਜੋੜਿਆ, ਤਾਂ ਅਸੀਂ ਜਿਹੜੀ ਸਾਡੇ ਕੋਲ ਮੇਨ ਸਟਰੈਂਥ ਸੀਗੀ ਗੁਰਮਤ ਦੇ ਗਿਆਨ ਦੀ, ਸਾਡੇ ਬਿਹੇਵੀਅਰ ਨੂੰ ਤਗੜਾ ਕਰਨ ਦੀ, ਸਾਡੀ ਕੌਨਸ਼ੀਅਸਨੈਸ ਨੂੰ ਜਗਾਉਣ ਦੀ, ਸਾਨੂੰ ਇੰਟਰਨਲੀ ਸਟਰੋਂਗ ਬਣਾਉਣ ਦੀ ਜਿਹੜੀ ਗੁਰਮਤ ਦਾ ਫਲਸਫਾ ਸੀਗਾ, ਉਹ ਅਸੀਂ ਖੁੰਝਾ ਦਿੱਤਾ। ਤਾਂ ਸਾਨੂੰ ਇਹ ਬਹੁਤ ਜ਼ਿਆਦਾ ਵੱਡੀ ਲੋੜ ਜਿਹੜੀ ਅੱਜ ਦੀ ਜੋ ਸਾਨੂੰ ਦਿਖ ਰਹੀ ਹੈ ਉਹ ਇਹੀ ਹੈਗੀ ਹੈ ਕਿ ਅਸੀਂ ਅੰਦਰੋਂ ਬਾਹਰੋਂ ਦੋਨੋਂ ਜਿਹੜਾ ਉਹਨੂੰ ਸੇਮ ਤਰੀਕੇ ਨਾਲ ਦੇਖੀਏ, ਕਿਉਂਕਿ ਬਹੁਤ ਸਾਰੇ ਜਿਵੇਂ ਕਿ ਅਸੀਂ ਇਸ ਵੈਬੀਨਾਰ ਸੀਰੀਜ਼ ਦੇ ਵਿੱਚ ਹੁਣੇ ਦੇਖਾਂਗੇ ਕਿ ਜਿਹੜੀ ਬਾਹਰ ਜਿਹੜੀ ਸਾਨੂੰ ਦਿਖ ਰਹੀ ਹੈ, ਬਾਹਰੀ ਦਿੱਖ ਸਿਰਫ ਇੱਕ ਬਾਈ ਪ੍ਰੋਡਕਟ ਹੈ ਜੋ ਸਾਡੇ ਕੋਲ ਇੰਟਰਨਲ ਸਟਰੈਂਥ ਹੈਗੀ ਹੈ। ਇਹ ਹੈ ਅਸਲੀ ਸਿੱਖੀ ਜਿਹੜੀ ਅੰਦਰੋਂ ਬਾਹਰੋਂ ਸੇਮ ਹੈ। ਸੋ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ, ਅਸੀਂ ਹਿਸਟਰੀ ਵਿੱਚ ਝਾਤ ਮਾਰੀਏ, ਉਹ ਉਸ ਆਈਡੀਓਲੋਜੀ ਨੂੰ ਪ੍ਰੋਟੈਕਟ ਕਰਨ ਲਈ ਹੋਈਆਂ, ਉਸ ਵਿਚਾਰਧਾਰਾ ਦੇ ਉੱਤੇ ਸਟਰੋਂਗ ਸਟੈਂਡ ਲੈਣ ਕਰਕੇ ਹੋਈਆਂ, ਉਸ ਵਿਚਾਰਧਾਰਾ ਨੂੰ ਜੀਵਨ ਵਿੱਚ ਉਹਨਾਂ ਨੇ, ਭਗਤਾਂ ਨੇ, ਸ਼ਹੀਦਾਂ ਨੇ ਆਪਣੇ ਜੀਵਨ ਵਿੱਚ ਅਪਣਾਇਆ। ਜਦੋਂ ਉੱਥੇ ਕੰਪਰੋਮਾਈਜ਼ ਕਰਨ ਦੀ ਗੱਲ ਆਈ ਤਾਂ ਉਹਨਾਂ ਨੇ ਰਾਦਰ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ, ਪਰ ਉਹ ਆਪਣੀ ਆਈਡੀਓਲੋਜੀ ਨੂੰ ਨਹੀਂ ਕੰਪਰੋਮਾਈਜ਼ ਕੀਤਾ। ਸੋ ਅਗੇਨ ਬਾਹਰੀ ਦਿੱਖ ਜਿਹੜਾ ਇੱਕ ਸਿਰਫ ਅੰਦਰੂਨੀ ਜਿਹੜੀ ਸਾਡੇ ਕੋਲ ਸਟਰੈਂਥ ਹੈ ਉਹਦਾ ਇੱਕ ਰਿਪਰੈਜ਼ੈਂਟੇਸ਼ਨ ਸੀਗੀ। ਸਾਨੂੰ ਪਹਿਲਾ ਸਟੈਪ ਸਾਨੂੰ ਅੰਦਰੋਂ ਆਪਣੇ ਆਪ ਨੂੰ ਬਹੁਤ ਸਟਰੋਂਗ ਬਣਾਉਣਾ ਪੈਣਾ ਸੀਗਾ, ਕਿਉਂਕਿ ਬਾਹਰੀ ਦਿੱਖ ਨਾਲ ਕੀ ਹੋ ਰਿਹਾ, ਜਿਹੜੀ 10ਵੇਂ ਪਾਤਸ਼ਾਹ ਦੀ ਇੱਕ ਸਾਖੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਥੋੜੀ ਛੋਟੀ ਜੀ ਸਾਖੀ ਹੈ, ਸਿਰਫ ਇਹ ਸਾਖੀ ਲੈਣ ਦਾ ਮਤਲਬ ਵੀ ਇਹੀ ਹੈ ਕਿ ਆਪਾਂ ਨੂੰ ਸਮਝ ਆ ਜਾਵੇ ਕਿ ਵੀ ਐਦਾਂ ਹੁੰਦਾ ਆ ਰਿਹਾ। ਸਾਡੇ ਕੋਲ ਐਗਜ਼ਾਮਪਲਸ ਨੇ 10ਵੇਂ ਪਾਤਸ਼ਾਹ ਦੇ ਜੀਵਨ ਦੇ ਵਿੱਚ ਕਿ ਵੀ ਇੱਕ ਪਿੰਡ ਦੇ ਵਿੱਚ ਕਿਵੇਂ ਕੋਈ ਸ਼ੇਰ ਆਂਦਾ, ਤੁਸੀਂ ਸਾਰਿਆਂ ਨੇ ਸੁਣੀ ਹੋਏਗੀ ਸਾਖੀ, ਪਰ ਇੱਥੇ ਲੈਣ ਲਈ ਆਪਾਂ ਇਹਨੂੰ ਡਿਸਕਸ, ਕਿਉਂਕਿ ਸਾਡੇ ਟੌਪਿਕ ਨਾਲ ਰਿਲੇਟਡ ਹੈ, ਸੋ ਇਹਨੂੰ ਡਿਸਕਸ ਕਰ ਲੈਂਦੇ ਹਾਂ ਕਿ 10ਵੇਂ ਪਾਤਸ਼ਾਹ ਦੇ ਟਾਈਮ ਤੇ ਕਿਵੇਂ ਇੱਕ ਸ਼ੇਰ ਕਿਸੇ ਪਿੰਡ ਵਿੱਚ ਆ ਜਾਂਦਾ ਤੇ ਉਹ ਪਿੰਡ ਵਾਲੇ ਬਹੁਤ ਡਰ ਜਾਂਦੇ ਨੇ ਵੀ ਉਹ ਆ ਗਿਆ ਹੈ ਸ਼ੇਰ, ਤਾਂ ਹੁਣ ਸਾਡਾ ਉਹਨਾਂ ਦਾ ਨਾਰਮਲ ਜਿਹੜਾ ਜੀਵਨ ਹੈ ਉਹ ਬੜਾ ਡਿਸਟਰਬਡ ਹੋ ਜਾਂਦਾ ਹੈ।
ਸੋ ਥੋੜ੍ਹੀ ਦੇਰ ਤਾਂ ਉਹ ਡਰ ਕੇ ਆਪਣਾ ਜੀਵਨ ਜੀਂਦੇ ਆ, ਆਪਣੇ ਆਪ ਨੂੰ ਬਚਾਉਂਦੇ ਆ, ਪਰ ਫਿਰ ਉਹਨਾਂ ਨੂੰ ਆਪਸ 'ਚ ਇੱਦਾਂ ਲੱਗਦਾ ਕਿ ਵੀ ਅਸੀਂ ਕਿੰਨਾ ਚਿਰ ਤੱਕ ਆਪਣੇ ਆਪ ਨੂੰ ਇੱਦਾਂ ਲੁਕੋ ਕੇ ਜਿਹੜਾ ਹੈ ਉਹ ਜੀਵਨ ਜੀਆਂਗੇ, ਸਾਨੂੰ ਇਹਦਾ ਮੁਕਾਬਲਾ ਕਰਨਾ ਹੀ ਪਏਗਾ। ਸੋ ਉਹ ਫਿਰ ਉਹਨਾਂ ਨੇ ਤਿਆਰੀ ਕੀਤੀ, ਆਪਣੇ ਡਾਂਗਾਂ ਸੋਟੀਆਂ ਲੈ ਕੇ ਜਦੋਂ ਸ਼ੇਰ ਦਾ ਮੁਕਾਬਲਾ ਕਰਨ ਲਈ ਆਏ, ਤਾਂ ਉਹ ਸ਼ੇਰ ਜਿਹੜਾ ਉਹ ਡਰ ਗਿਆ। ਉਹ ਡਰ ਗਿਆ ਤੇ ਉਹ ਖੋਤੇ ਦੀ ਭਾਸ਼ਾ ਬੋਲਣ ਲੱਗ ਗਿਆ। ਤੇ ਜਦੋਂ ਇਹਨੂੰ ਪਕੜਿਆ ਤਾਂ ਉਹਦੀ ਜਦੋਂ ਖੱਲ ਉਤਾਰੀ ਤਾਂ ਐਕਚੁਅਲ ਦੇ ਵਿੱਚ ਉਹ ਖੋਤਾ ਹੀ ਸੀਗਾ ਜਿਹਦੇ ਉੱਤੇ ਸ਼ੇਰ ਦੀ ਖੱਲ ਪਈ ਹੋਈ ਸੀਗੀ। ਤਾਂ ਕਿਉਂ ਹੁਣ ਕਿਉਂਕਿ ਉਹਦਾ ਬਿਹੇਵੀਅਰ ਸ਼ੇਰ ਵਾਲਾ ਨਹੀਂ ਸੀਗਾ ਤਾਂ ਉਹ 1 ਮਿੰਟ ਵਿੱਚ ਹੀ ਡਰ ਗਿਆ। ਜੇ ਅਸਲ ਵਿੱਚ ਸ਼ੇਰ ਹੋਵੇ ਤਾਂ ਉਹਦੇ ਅੰਦਰ ਜਿਹੜੇ ਸ਼ੇਰ ਵਾਲੇ ਗੁਣ ਚਾਹੀਦੇ ਨੇ। ਤੇ ਲੋਕਾਂ ਨੇ ਜਦੋਂ ਵੀ 10ਵੇਂ ਪਾਤਸ਼ਾਹ ਨੂੰ ਮੇਲ ਹੋਇਆ ਤਾਂ ਉਹਨਾਂ ਨੇ ਗੱਲ ਕੀਤੀ ਉਹਨਾਂ ਨਾਲ ਜਾ ਕੇ ਕਿ ਸਾਡੇ ਨਾਲ ਏਦਾਂ ਵਾਪਰਿਆ। ਤੇ 10ਵੇਂ ਪਾਤਸ਼ਾਹ ਹੱਸ ਪਏ, ਉਹ ਕਹਿੰਦੇ ਕਿ ਵੀ ਇਹ ਸ਼ਾਇਦ ਤੁਹਾਨੂੰ ਸਮਝਾਉਣ ਵਾਸਤੇ ਹੀ ਏਦਾਂ ਮੈਂ ਹੀ ਕੀਤਾ ਸੀ ਕਿ ਵੀ ਅਸੀਂ ਖਾਲੀ ਬਾਹਰੀ ਦਿੱਖ ਤੇ ਸੀਮਤ ਨਹੀਂ ਰਹਿਣਾ, ਕਿਉਂਕਿ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਕਹਿੰਦੇ ਵੀ ਭਾਈ ਭੇਖ ਨਹੀਂ ਦਿਖਾਣਾ, ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੀ ਹੋਣਾ ਪੈਣਾ ਸਾਨੂੰ, ਕਿਉਂਕਿ ਜਿੰਨਾ ਚਿਰ ਤੱਕ ਸਾਡੇ ਅੰਦਰ ਨਿਮਰਤਾ, ਸਾਡੇ ਅੰਦਰ ਅਸੀਂ ਉਹ ਗੁਰਬਾਣੀ ਵਿੱਚ ਦੱਸੇ ਹੋਏ ਗੁਣਾਂ ਨੂੰ ਨਹੀਂ ਧਾਰਨ ਕਰਦੇ, ਉਹਨਾਂ ਚਿਰ ਤੱਕ ਬਾਹਰੀ ਦਿੱਖ ਜਿਹੜੀ ਹੈ ਉਹ ਸਾਨੂੰ ਆਪਣੇ ਆਪ ਦੇ ਪ੍ਰਤੀ ਔਰ ਆਉਣ ਵਾਲੀ ਜਿਹੜੀ ਸਾਡੀ ਸੁਸਾਇਟੀ ਹੈ ਉਹਦੇ ਪ੍ਰਤੀ ਕੋਈ ਵੀ ਬੈਨੀਫਿਟ ਨਹੀਂ ਦੇ ਸਕਦੀ। ਸੋ ਇੱਕ ਹੋਰ ਜਿਹੜਾ ਅਸੀਂ ਚੈਲੰਜ ਫੇਸ ਕਰ ਰਹੇ ਹਾਂ ਕਿ ਉਹ ਹੈਗਾ ਕਿ ਸਾਡੀ ਜਿਹੜੀ ਐਜੂਕੇਸ਼ਨ ਸਟਾਈਲ ਹੈਗਾ, ਕਿ ਜਿਵੇਂ ਅਸੀਂ ਹੁਣ ਇੱਥੇ ਕੰਟਰੀਜ਼ ਦੇ ਵਿੱਚ ਦੇਖ ਰਹੇ ਹਾਂ ਕਿ ਵੀ ਬੜਾ ਵੈਲਿਊ ਡਰਿਵਨ ਹੈ, ਕਾਫੀ ਜ਼ਿਆਦਾ ਆਊਟਕਮ ਡਰਿਵਨ ਹੈਗੇ ਆ ਜਿਹੜੇ ਇੱਥੇ ਹੁਣ। ਸੋ ਅਸੀਂ ਇਹਦੇ ਵਿੱਚ ਕੀ ਦੇਖ ਰਹੇ ਹਾਂ ਕਿ ਵੀ ਜਿਹੜੀ ਲਰਨਿੰਗ ਹੈਗੀ ਹੈ ਇਹਦੇ ਵਿੱਚ ਕੋਈ ਇਹਨੂੰ ਅਸੀਂ ਗੁਰਬਾਣੀ ਦੀ ਜਿਹੜੀਆਂ ਲਰਨਿੰਗਸ ਨੇ, ਜਿਹੜੀਆਂ ਸਕੂਲ ਵਿੱਚ ਬੱਚੇ ਪੜ੍ਹਦੇ ਨੇ ਜਾਂ ਗੁਰਬਾਣੀ ਦੀ ਜਿਹੜੀਆਂ ਟੀਚਿੰਗਸ ਨੇ, ਅਸੀਂ ਉਹਨਾਂ ਨੂੰ ਕਦੇ ਵੀ ਆਪਸ 'ਚ ਜੋੜ ਨਹੀਂ ਪਾਏ, ਕਿਉਂਕਿ ਜਿਹੜੀਆਂ ਬੱਚੇ ਉੱਥੇ ਦੇਖਦੇ ਸੀਗੇ ਉਹ ਸਾਰੀ ਲਰਨਿੰਗ ਥਰੂ ਗੇਮੀਫਿਕੇਸ਼ਨ ਹੈ, ਇੱਕ ਫਨ ਐਕਟੀਵਿਟੀ ਹੈ। ਲਰਨਿੰਗ ਇੱਕ ਆਪਣੇ ਆਪ ਦੇ ਵਿੱਚ ਫਨ ਬਣਾ ਦਿੱਤਾ ਗਿਆ ਤਾਂ ਕਿ ਬੱਚਿਆਂ ਦਾ ਇੰਟਰਸਟ ਬਣਿਆ ਰਵੇ, ਉਹਦੇ ਵਿੱਚ ਜੁੜੇ ਰਹਿਣ। ਪਰ ਅਸੀਂ ਇੱਦਾਂ ਦਾ ਕੁਝ ਵੀ ਮਟੀਰੀਅਲ ਨਹੀਂ ਤਿਆਰ ਕਰ ਪਾਏ, ਅਸੀਂ ਇੱਦਾਂ ਦੀ ਐਜੂਕੇਸ਼ਨ ਸਟਾਈਲ ਨੂੰ ਨਹੀਂ ਅਪਣਾ ਪਾਏ। ਪਰ ਅਸੀਂ ਬੱਚਿਆਂ ਨੂੰ ਜਦੋਂ ਦੱਸਣਾ ਸੀਗਾ ਕਿ ਵੀ ਗੁਰਮਤ ਔਰ ਆਪਣੇ ਆਪ ਨੂੰ ਇੰਪਰੂਵ ਕਰਨ ਲਈ ਜਦੋਂ ਅਸੀਂ ਗੁਰਬਾਣੀ ਦੀ ਸਿੱਖਿਆ ਲੈਣੀ ਹੈ, ਇਹਦੇ ਲਈ ਭਾਵੇਂ ਅਸੀਂ ਇੱਕ ਫਨ ਤਰੀਕਾ ਵੀ ਅਪਣਾ ਲਈਏ, ਪਰ ਇੱਕ ਸੀਰੀਅਸ ਮੈਟਰ ਹੈ। ਆਈ ਐਮ ਟਾਕਿੰਗ ਅਬਾਊਟ ਮਾਈ ਸੈਲਫ, ਮੇਰੇ ਆਪਣੇ ਮੈਂਟਲ ਚੈਲੰਜਸ ਨੂੰ ਮੈਂ ਕਿਵੇਂ ਡੀਲ ਕਰਨਾ ਹੈ। ਜਦੋਂ ਮੈਂ ਆਪਣੀ ਬਿਮਾਰੀ ਠੀਕ ਕਰਨ ਲਈ ਡਾਕਟਰ ਕੋਲ ਜਾਣਾ ਤਾਂ ਮੈਂ ਡਾਕਟਰ ਨੂੰ ਇਹ ਨਹੀਂ ਕਹਿੰਦਾ ਕਿ ਮੈਨੂੰ ਫਨ ਕਰਕੇ ਦਿਖਾ ਦੇ ਤੇ ਮੇਰੀ ਬਿਮਾਰੀ ਠੀਕ ਕਰ ਦੇ। ਮੈਂ ਉਹਦੇ ਕੋਲੋਂ ਆਪਣੀ ਬਿਮਾਰੀ ਦੇ ਪ੍ਰਤੀ ਬੜਾ ਸੀਰੀਅਸ ਹੋ ਕੇ ਨੁਸਖੇ ਪੁੱਛਦਾ ਕਿ ਭਾਈ ਮੈਂ ਆਪਣੇ ਆਪ ਨੂੰ ਕਿਵੇਂ ਠੀਕ ਕਰਨਾ ਹੈ। ਇਸੇ ਤਰ੍ਹਾਂ ਸਾਨੂੰ ਵੀ ਬੱਚਿਆਂ ਨੂੰ ਉਸ ਐਜੂਕੇਸ਼ਨ ਸਟਾਈਲ ਦੇ ਵਿੱਚ ਜਿਵੇਂ ਅਸੀਂ ਫਿੱਟ ਕਰਨਾ ਸੀਗਾ, ਉਹਨਾਂ ਨੂੰ ਇਹ ਵੇਰੀਏਸ਼ਨ ਦੇ ਬਾਰੇ ਸਮਝਾਉਣਾ ਸੀਗਾ, ਦੋਨਾਂ ਦਾ ਬੈਲੈਂਸ ਕਿਵੇਂ ਕਰਨਾ ਸੀ, ਇਹ ਚੀਜ਼ਾਂ ਕਿਧਰੇ ਨਾ ਕਿਧਰੇ ਅਗੇਨ ਅੱਜ ਜਿਹੜੀਆਂ ਨੇ ਉਹ ਮਿਸਿੰਗ ਨੇ। ਸਾਨੂੰ ਬਹੁਤ ਲੋੜ ਹੈ ਇਹਨਾਂ ਨੂੰ ਆਪਣੇ ਐਜੂਕੇਸ਼ਨ ਸਟਾਈਲ ਨੂੰ ਦੁਆਰਾ ਜਿਹੜਾ ਉਹ ਇੱਕ ਬੈਲੈਂਸ ਲੈ ਕੇ ਆਉਣ ਲਈ। ਸੋ ਜਿਹੜੀ ਗੁਰਬਾਣੀ ਦੀ ਜਿਹੜੀ ਐਜੂਕੇਸ਼ਨ ਹੈ ਕਿ ਵੀ ਮੋਸਟ ਵੈਲਿਊਏਬਲ ਵੈਲਿਊ ਡਰਿਵਨ ਨੌਲੇਜ ਸਾਡੇ ਕੋਲ ਹੈਗੀ ਹੈ ਗੁਰਬਾਣੀ ਕੋਲ, ਬਟ ਹੁੰਦਾ ਕੀ ਆ ਰਿਹਾ ਕਿ ਅਸੀਂ ਸਿਰਫ ਗੁਰਬਾਣੀ ਨੂੰ ਪੜ੍ਹਦੇ ਹਾਂ ਔਰ ਗੁਰਬਾਣੀ ਨੂੰ ਜਿਹੜਾ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਸਾਰਾ ਦਾ ਸਾਰਾ ਜ਼ੋਰ ਬੱਚਿਆਂ ਤੇ ਕੀ ਲੱਗ ਗਿਆ ਕਿ ਗੁਰਬਾਣੀ ਪੜ੍ਹੋ ਔਰ ਇਹਨੂੰ ਮੂੰਹ ਜ਼ਬਾਨੀ ਯਾਦ ਕਰੋ। ਬਟ ਚਾਹੀਦਾ ਇਹ ਸੀ ਕਿ ਗੁਰਬਾਣੀ ਦੇ ਜਿਹੜੇ ਮੈਸੇਜਿਸ ਨੇ ਉਹਨਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਲੈ ਕੇ ਆਈਏ ਔਰ ਉਹਨਾਂ ਨਾਲ ਆਪਣੀ ਲਾਈਫ ਨੂੰ ਲੀਡ ਕਰੀਏ। ਇਹ ਬਹੁਤ ਜ਼ਿਆਦਾ ਜ਼ਰੂਰੀ, ਆਪਾਂ ਸਾਰੇ ਜਾਣਦੇ ਹਾਂ ਇਸ ਚੀਜ਼ ਨੂੰ, ਬਟ ਅਸੀਂ ਦੇਖ ਪਾ ਰਹੇ ਹਾਂ ਜੋ ਸਾਡੇ ਕਾਮਨ ਚੈਲੰਜਿਸ ਨੇ। ਅਸੀਂ ਜਿਹੜੀਆਂ ਯੰਗਰ ਜਨਰੇਸ਼ਨ ਨਾਲ ਇੰਟਰੈਕਟ ਵੀ ਕਰਦੇ ਹਾਂ ਤਾਂ ਉਹ ਸਿਰਫ ਤੇ ਸਿਰਫ ਗੁਰਬਾਣੀ ਨੂੰ ਪੜ੍ਹ ਕੇ ਜਾਂ ਉਹਨੂੰ ਯਾਦ ਕਰਨ ਤੱਕ ਹੀ ਉਹ ਐਨਕਰੇਜਮੈਂਟ ਤੇ ਉਹ ਮੋਟੀਵੇਸ਼ਨ ਰਹਿ ਗਈ ਹੈ। ਪਰ ਗੁਰਬਾਣੀ ਦੇ ਦੱਸੇ ਹੋਏ ਗੁਣਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਜੀਣਾ ਉਹ ਬਹੁਤ ਜ਼ਰੂਰੀ ਸੀਗਾ। ਭਾਵੇਂ ਅਸੀਂ ਕੋਈ ਸੰਸਾਰੀ ਪੜ੍ਹਾਈ ਪੜ੍ਹ ਲੈਂਦੇ ਹਾਂ, ਭਾਵੇਂ ਅਸੀਂ ਕੋਈ ਮੈਥਸ ਜਾਂ ਇੰਜੀਨੀਅਰ ਬਣ ਗਏ ਜਾਂ ਕੁਝ ਬਣ ਗਏ, ਪਰ ਉਸ ਤੋਂ ਬਾਅਦ ਆਪਣੇ ਪ੍ਰੋਫੈਸ਼ਨ ਦੇ ਵਿੱਚ ਅੱਗੇ ਜਾ ਕੇ IT 'ਚ ਕੰਮ ਕਰਨ ਲੱਗ ਗਏ ਜਾਂ ਕੋਈ ਹੋਰ ਕੰਮ ਕਰਨ ਲੱਗ ਗਏ, ਉਹ ਪੜ੍ਹਾਈ ਅਸੀਂ ਛੱਡ ਸਕਦੇ ਹਾਂ। ਪਰ ਗੁਰਮਤ ਇੱਦਾਂ ਦਾ ਫਲਸਫਾ ਨਹੀਂ ਹੈ ਕਿ ਅਸੀਂ ਇਹਨੂੰ ਪੜ੍ਹ ਕੇ ਤੇ ਕਿਸੇ ਹੋਰ ਲਾਈਫ ਸਟਾਈਲ ਨੂੰ ਲੀਡ ਕਰ ਸਕਦੇ ਹਾਂ। ਜੇ ਅਸੀਂ ਗੁਰਬਾਣੀ ਦੇ ਆਸਰੇ ਦੇ ਵਿੱਚ ਆ ਰਹੇ ਹਾਂ ਤਾਂ ਸਾਨੂੰ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਗੁਰਬਾਣੀ ਦੇ ਦੱਸੇ ਹੋਏ ਰਸਤੇ ਤੇ ਚੱਲੀਏ
ਤੇ ਇੱਕ ਨਿਰਭਉ ਤੇ ਨਿਰਵੈਰ ਵਾਲਾ ਜੀਵਨ ਜਿਹੜਾ ਜ਼ਰੂਰ ਅਪਣਾਈਏ। ਅਗੇਨ ਜਿਹੜਾ ਇੱਕ ਹੋਰ ਇਹ ਕਾਫੀ ਵੱਡਾ ਚੈਲੰਜ ਹੈ ਆਪਣੇ ਆਪ ਦੇ ਵਿੱਚ ਕਿ ਸਾਡੇ ਕੋਲ ਅੱਜ ਕੋਈ ਵੀ ਡਿਜੀਟਲ ਪ੍ਰੈਜ਼ੈਂਸ ਨਹੀਂ ਹੈ, ਕਿਉਂਕਿ ਜਿਹੜੀ ਸਾਡੀ ਯੰਗ ਜਨਰੇਸ਼ਨ ਹੈਗੀ ਹੈ, ਯੰਗ ਜਨਰੇਸ਼ਨ ਹਰ ਚੀਜ਼ ਵਾਸਤੇ ਇੰਟਰਨੈਟ ਤੇ ਗੂਗਲ ਤੇ ਸਰਚ ਕਰਦੀ ਹੈ। ਉਹ ਕਿਸੇ ਵੀ ਪ੍ਰੋਬਲਮ ਵਿੱਚ ਆਉਂਦੇ ਆ, ਉਹਨਾਂ ਨੂੰ ਗੂਗਲ ਤੇ ਜ਼ਿਆਦਾ ਭਰੋਸਾ ਹੈ ਦੈਨ देयर ਪੇਰੈਂਟਸ ਜਾਂ ਐਲਡਰਸ। ਸੋ ਅਗੇਨ ਇਹਦੇ 'ਚ ਕੁਝ ਹੱਦ ਤੱਕ ਡਿਜੀਟਲ ਪ੍ਰੈਜ਼ੈਂਸ ਜਿਹੜੀ ਉਹ ਸਕੂਲਾਂ 'ਚ ਦੇਖ ਪਾ ਰਹੇ ਨੇ, ਉੱਥੋਂ ਕੰਟਰੀਬਿਊਟਰੀ ਫੈਕਟਰ ਜ਼ਰੂਰ ਹੈਗੇ ਨੇ। ਪਰ ਜਦੋਂ ਬੱਚੇ ਉੱਥੇ ਜਾ ਰਹੇ ਨੇ ਆਪਣੇ ਸਰਚ ਕਰਨ ਲਈ, ਕੋਈ ਵੀ ਉਹਨਾਂ ਨੂੰ ਪ੍ਰੋਬਲਮ ਹੋਵੇ, ਕਿਸੇ ਵੀ ਕਿਸਮ ਦੀ ਉਹਨਾਂ ਨੂੰ ਕੋਈ ਚੀਜ਼ ਦੀ ਲੋੜ ਹੈ, ਕਿਸੇ ਇਨਫੋਰਮੇਸ਼ਨ ਦੀ ਲੋੜ ਹੈ, ਉਹ ਪੜ੍ਹਾਈ ਦੇ ਪ੍ਰਤੀ ਹੋ ਸਕਦੀ ਹੈ, ਉਹਨਾਂ ਦੇ ਪਰਸਨਲ ਹੋ ਸਕਦੀ ਹੈ, ਭਾਵੇਂ ਕਿਸੇ ਰਿਲੀਜਨ ਦੇ ਬਾਰੇ ਹੋ ਸਕਦੀ ਹੈ, ਜਾਂ ਉਹਨਾਂ ਨੂੰ ਇਮੋਸ਼ਨਲ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਕਿਸੇ ਵੀ ਕਿਸਮ ਦੀ ਇਨਫੋਰਮੇਸ਼ਨ ਬੱਚੇ ਜੋ ਨੇ ਉਹ ਹਮੇਸ਼ਾ ਗੂਗਲ ਤੇ ਪਹਿਲਾਂ ਸਰਚ ਕਰਦੇ ਨੇ। ਸੋ ਸਾਡੇ ਕੋਲ ਗੁਰਮਤ ਨੂੰ ਲੈ ਕੇ, ਗੁਰਮਤ ਦੇ ਫਲਸਫੇ ਨੂੰ ਲੈ ਕੇ, ਜਾਂ ਉਹਦੀ ਜਿਹੜੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨੂੰ ਲੈ ਕੇ ਇੱਕ ਬਹੁਤ ਵੱਡੀ ਸਾਡੀ ਜਿਹੜੀ ਪ੍ਰੈਜ਼ੈਂਸ ਹੈਗੀ ਹੈ ਉਹ ਇੰਟਰਨੈਟ ਤੇ ਮਿਸਿੰਗ ਹੈ। ਤੋ ਅਸੀਂ ਦੇਖ ਪਾ ਰਹੇ ਹਾਂ ਕਿ ਇੱਕ ਜਿਹੜੀ ਸਿੰਪਲ ਚੀਜ਼ ਹੈਗੀ ਹੈ ਕਿ ਸਾਰਿਆਂ ਨੂੰ ਬੇਨਤੀ ਹੈ, ਤੁਸੀਂ ਜ਼ਰੂਰ ਕਰਕੇ ਦੇਖ ਵੀ ਸਕਦੇ ਹੋ, ਜਦੋਂ ਸਿੱਖੀ ਐਂਡ ਕਿਡਸ ਸਰਚ ਕਰਦੇ ਹੋ ਤਾਂ ਸਾਨੂੰ ਗੁਰਬਾਣੀ ਦੇ ਪਰਸਪੈਕਟਿਵ ਤੋਂ ਕੁਝ ਵੀ ਬਹੁਤ ਲਿਮਿਟਿਡ ਮਟੀਰੀਅਲ ਹੈ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਕੋਈ ਵੀ ਅਸੀਂ ਵੈਬਸਾਈਟਾਂ ਜਿਹੜੀਆਂ ਬਣੀਆਂ, ਉਹ ਵੈਬਸਾਈਟਾਂ ਵੀ ਸਾਰੀਆਂ ਜਿਹੜੀਆਂ ਮੈਜੋਰਿਟੀ ਆਫ ਦੈਮ ਨੇ ਸਿਰਫ ਐਕਸਟਰਨਲ ਆਇਡੈਂਟੀਟੀ ਤੇ ਜ਼ਿਆਦਾ ਫੋਕਸਡ ਨੇ, ਜਦੋਂ ਕਿ ਇੰਟਰਨਲ ਆਇਡੈਂਟੀਟੀ ਦੇ ਬਾਰੇ ਉਸ ਕਨਸੈਪਟ ਨੂੰ ਬਿਲਕੁਲ ਕੰਪਲੀਟਲੀ ਜਿਹੜਾ ਉਹ ਨਹੀਂ ਵਿਚਾਰਿਆ ਗਿਆ, ਜਾਂ ਨਾ ਉਹਦੇ ਬਾਰੇ ਕੋਈ ਜਿਹੜੀ ਹੈ ਕੰਟੈਂਟ ਡਿਵੈਲਪ ਕੀਤਾ ਗਿਆ। ਅਸੀਂ ਜਦੋਂ ਸਰਚ ਕੀਤਾ ਹੈ ਕ੍ਰਿਸਚੈਨਿਟੀ ਐਂਡ ਸਿੱਖ, ਜਿਵੇਂ ਕਿ ਤੁਸੀਂ ਇਸ ਸਲਾਈਡ ਦੇ ਵਿੱਚ ਪਿਕਚਰ ਦੇਖ ਪਾ ਰਹੇ ਹੋ, ਇਹ ਪਿਕਚਰ ਲੈਣ ਦਾ ਮਤਲਬ ਵੀ ਇਹੀ ਸੀਗਾ ਕਿ ਸਿੱਖੀ ਐਂਡ ਕਿਡਸ ਪਾ ਕੇ ਦੇਖੋ ਤੇ ਸਾਡੇ ਕੋਲ ਕੋਈ ਵੀ ਇਦਾਂ ਦਾ ਮਟੀਰੀਅਲ ਤਿਆਰ ਨਹੀਂ ਹੈ। ਪਰ ਹੁਣ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਗੱਲ ਕਰ ਰਹੇ, ਕਿਸੇ ਦੇ ਫੇਵਰ ਵਿੱਚ ਨਹੀਂ ਗੱਲ ਕਰ ਰਹੇ, ਪਰ ਅਸੀਂ ਗੱਲ ਕਰ ਰਹੇ ਹਾਂ ਕਿ ਸਾਨੂੰ ਜੇ ਗੁਰਮਤ ਡਰਿਵਨ ਲਾਈਫ ਸਟਾਈਲ, ਗੁਰਮਤ ਪਰਸਪੈਕਟਿਵ, ਉਹ ਸਿਧਾਂਤ, ਉਹ ਫਲਸਫਾ ਅਸੀਂ ਆਪਣੇ ਬੱਚਿਆਂ ਨੂੰ ਦੇਣਾ ਹੈ, ਤਾਂ ਅੱਜ ਲੋੜ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਡਿਜੀਟਲ ਪ੍ਰੈਜ਼ੈਂਸ ਦੇ ਉੱਤੇ ਕੰਮ ਕਰੀਏ, ਤਾਂ ਕਿ ਸਾਡੀ ਆਉਣ ਵਾਲੀਆਂ ਜਨਰੇਸ਼ਨ ਲੌਸਟ ਨਾ ਫੀਲ ਕਰਨ। ਉਹਨਾਂ ਨੂੰ ਕਦੇ ਜਦੋਂ ਗੂਗਲ ਤੇ ਜਾ ਕੇ ਕਿਸੇ ਚੀਜ਼ ਬਾਰੇ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਉਹਨਾਂ ਨੂੰ ਰੈਡੀਲੀ ਅਵੇਲੇਬਲ ਜ਼ਰੂਰ ਮਿਲੇ, ਕਿਉਂਕਿ ਸਾਡੇ ਕੋਲ ਅੱਜ ਵਾਲੀ ਜਨਰੇਸ਼ਨ ਕੋਲ ਇਹ ਗਿਆਨ ਹੈ ਕਿ ਅਸੀਂ ਪਿੱਛੇ ਵੀ ਕਨੈਕਟ ਕਰ ਪਾ ਰਹੇ ਹਾਂ, ਕਿਉਂਕਿ ਅਸੀਂ ਮੈਜੋਰਿਟੀ ਆਫ ਅਸੀਂ ਜਿਹੜੇ ਫਸਟ ਜਨਰੇਸ਼ਨ ਹੈਗੇ ਆ, ਤਾਂ ਸਾਨੂੰ ਵੈਸਟਰਨ ਕਲਚਰ ਵਿਦਾ ਵੀ ਸਾਰਾ ਗਿਆਨ ਜਿਹੜਾ ਉਹ ਅਸੀਂ ਲਿਆ ਹੈ। ਇਸ ਕਰਕੇ ਅਸੀਂ ਇਹਨਾਂ ਦੋਨਾਂ ਨੂੰ ਇੱਕ ਬੈਲੈਂਸ ਕਰਕੇ ਇਹਨਾਂ ਦਾ ਇਹ ਬੱਚਿਆਂ ਵਾਸਤੇ ਕੰਟੈਂਟ ਡਿਵੈਲਪ ਕਰੀਏ ਜਿਹੜਾ ਡਿਜੀਟਲੀ ਪ੍ਰੈਜ਼ੈਂਟ ਹੋਵੇ, ਬੱਚੇ ਉੱਥੇ ਜਾ ਕੇ ਸਰਚ ਕਰ ਸਕਣ, ਤੇ ਜੇ ਉਹਨਾਂ ਨੂੰ ਕੋਈ ਲੋੜ ਹੈ ਤਾਂ ਉਹ ਡਿਫਰੈਂਟ ਲੈਂਗੁਏਜਸ ਵਿੱਚ ਵੀ ਜਿਹੜਾ ਸਾਨੂੰ ਅੱਜ ਲੋੜ ਹੈਗੀ ਹੈ ਕਿ ਸਾਨੂੰ ਇਹ ਕੰਮ ਕਰਨਾ ਚਾਹੀਦਾ ਹੈ। ਸੋ ਅਗੇਨ ਤੁਸੀਂ ਜਾ ਕੇ ਜ਼ਰੂਰ ਸਰਚ ਕਰਿਓ, ਇਹਨੂੰ ਦੇਖਿਓ ਕਿ ਇਹ ਚੀਜ਼ ਸਾਡੇ ਕੋਲ ਕਿੱਥੇ ਤੱਕ ਇੰਟਰਨਲ ਫਲਸਫੇ ਤੋਂ, ਉਸ ਪਰਸਪੈਕਟਿਵ ਤੋਂ, ਸਾਨੂੰ ਗੁਰਮਤ ਦੇ ਦੱਸੇ ਹੋਏ ਸਿਧਾਂਤ ਤੋਂ ਨੂੰ ਸਮਝਾਉਣ ਵਾਸਤੇ ਕੀ ਸਾਡੇ ਕੋਲ ਕੋਈ ਵੀ ਕੰਟੈਂਟ ਅੱਜ ਅਵੇਲੇਬਲ ਹੈਗਾ। ਸਿਰਫ ਤੇ ਸਿਰਫ ਜਦੋਂ ਸਰਚ ਕਰੋਗੇ ਦੇਖਣ ਨੂੰ ਮਿਲਦਾ ਹੈ ਕਿ ਅਸੀਂ ਸਿਰਫ ਜਿਹੜੇ ਗੁਰੂ ਘਰ ਦੀ ਹਿਸਟਰੀਆਂ ਔਰ ਬਾਰੀ ਦਿੱਖ ਨਾਲ ਸੰਬੰਧਿਤ ਸਾਡੇ ਕੋਲ ਮਟੀਰੀਅਲ ਮਿਲਦਾ ਹੈ। ਸੋ ਬੇਨਤੀ ਹੈ, ਇਹ ਅਸੀਂ ਸਿਰਫ ਇੱਕ ਚੀਜ਼ ਜਿਹੜੀ ਨੋਟ ਕੀਤੀ ਹੈ ਕਿ ਸਾਨੂੰ ਅੱਜ ਲੋੜ ਹੈ ਬੱਚਿਆਂ ਨੂੰ ਇਹ ਸਿਖਾਉਣ ਦੀ ਕਿ ਅਸੀਂ ਜਿਹੜੇ ਆਪਣੇ ਅੱਜ ਦੀ ਸੁਸਾਇਟੀ ਵਿੱਚ ਬਾਹਰ ਵਿਚਰ ਰਹੇ ਹਾਂ, ਇਸ ਬੱਚੇ ਜਿਹੜੇ ਨੇ ਇੱਕ ਨਵੇਂ ਸੁਸਾਇਟੀ 'ਚ ਆਪਣਾ ਜੀਵਨ ਜੀਂਦੇ ਨੇ, ਤਾਂ ਕਿਹੜੇ ਚੈਲੰਜਸ ਉਹਨਾਂ ਨੂੰ ਫੇਸ ਕਰਨੇ ਪੈਂਦੇ ਨੇ, ਇੰਕਲੂਡਿੰਗ ਬੁਲਿੰਗ ਜਾਂ ਜਿਹੜੇ ਹੋਰ ਉਹਨਾਂ ਦੇ ਮੈਂਟਲ ਚੈਲੰਜਸ, ਡੇ ਟੂ ਡੇ ਮੈਂਟਲ ਸਟਰਗਲ ਜਿਹੜੀ ਉਹਨਾਂ ਦੀ, ਕਿਉਂਕਿ ਡਿਫਰੈਂਟ ਕਲਚਰ ਦੇ ਵਿੱਚ ਉਹਨਾਂ ਨੂੰ ਬੈਲੈਂਸ ਕਰਨਾ ਪੈ ਰਿਹਾ ਘਰ ਦੇ এনवायरमेंट ਨੂੰ ਔਰ ਬਾਹਰ ਗੋਰਿਆਂ ਦੇ এনवायरमेंट ਨੂੰ। ਉਹਨੂੰ ਅਸੀਂ ਬੱਚਿਆਂ ਨੂੰ ਸਮਰੱਥਾ ਦੇਣ ਲਈ, ਤਾਕਤ ਦੇਣ ਲਈ ਜ਼ਰੂਰ ਸਾਨੂੰ ਸਾਰਿਆਂ ਨੂੰ ਰਲ ਕੇ ਉਪਰਾਲਾ ਕਰਨਾ ਪਏਗਾ ਕਿ ਅਸੀਂ ਬੱਚਿਆਂ ਨੂੰ ਇੰਟਰਨਲ ਸਟਰੈਂਥ ਦੇਣ ਲਈ, ਗੁਰਬਾਣੀ ਦੇ ਗੁਣਾਂ ਨੂੰ ਧਾਰਨ ਕਰਨ ਲਈ ਕੰਟੈਂਟ ਡਿਵੈਲਪ ਕਰੀਏ, ਤੇ ਉਹਨਾਂ ਦੀ ਲੈਂਗੁਏਜ ਵਿੱਚ ਕਰੀਏ ਜਿਹੜੀ ਉਹਨਾਂ ਨੂੰ ਸਮਝ ਆ ਰਹੀ ਹੈ, ਜਿਹੜਾ ਤਰੀਕਾ ਉਹਨਾਂ ਨੂੰ ਸਮਝ ਆ ਰਿਹਾ ਉਸ ਲੈਂਗੁਏਜ ਵਿੱਚ, ਉਸ ਤਰੀਕੇ ਨਾਲ ਸਾਨੂੰ ਇਹ ਕੰਟੈਂਟ ਅੱਜ ਡਿਵੈਲਪ ਕਰਨ ਦੀ ਲੋੜ ਜ਼ਰੂਰ ਹੈ। ਸੋ ਥੋੜੇ ਜਿਹੇ ਚੈਲੰਜਸ ਸੀਗੇ ਜੀ, ਆਪਾਂ ਜ਼ਰੂਰ ਅਗਲੇ ਵੈਬੀਨਾਰ ਸੀਰੀਜ਼ ਦੇ ਵਿੱਚ ਕੁਝ ਪੋਸੀਬਲ ਸੋਲੂਸ਼ਨਸ ਨੂੰ ਡਿਸਕਸ ਕਰਾਂਗੇ, ਪਰ ਅੱਜ ਦਾ ਵੈਬੀਨਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।